ਨਮਸਕਾਰ ਦੋਸਤੋ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਉਹ ਡਿਸਕੋਰਸ ਦੀ ਜੋ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਇੰਡੀਆ ਦੇ ਵਿੱਚ ਚਲਾਇਆ ਜਾ ਰਿਹਾ ਹੈ ਕਿ ਕੈਨੇਡਾ ਬੰਦ। ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਮੈਨੂੰ ਕਾਫੀ ਫੋਨ ਕਾਲਸ ਆਏ ਇੰਡੀਆ ਤੋਂ, ਸਪੈਸ਼ਲੀ ਪੰਜਾਬ ਤੋਂ ਅਤੇ ਗੁਜਰਾਤ ਤੋਂ, ਜਿਹਦੇ ਵਿੱਚ ਉਹ ਪੁੱਛ ਰਹੇ ਸਨ ਕਿ ਵਾਕਈ ਕੈਨੇਡਾ ਨੇ ਬੰਦ ਕਰ ਦਿੱਤਾ ਹੈ ਜਾਂ ਫਿਰ ਕੈਨੇਡਾ ਵੀਜ਼ੇ ਨਹੀਂ ਦੇ ਰਿਹਾ, ਕੁਛ ਇਸ ਤਰ੍ਹਾਂ। ਸੋ ਮੈਂ ਸੋਚਿਆ ਫਿਰ ਕਿਉਂ ਨਾ ਇੱਕ ਵੀਡੀਓ ਬਣਾ ਕੇ YouTube 'ਚ ਡਾਲੀ ਜਾਵੇ ਤਾਂ ਜੋ ਲੋਕ ਜਾਂ ਸਟੂਡੈਂਟਸ ਵਿਦਿਆਰਥੀ ਕੰਸਰਨਡ ਹੈ ਇਸ ਮਾਮਲੇ ਨੂੰ ਲੈ ਕੇ ਅਤੇ ਉਹਨਾਂ ਤੱਕ ਇਹ ਵਾਲੀ ਜਾਣਕਾਰੀ ਪੁੱਜੇ ਅਤੇ ਉਹ ਜਾਗਰੂਕ ਹੋ ਸਕਣ ਕਿ ਅਜਿਹਾ ਕੁਛ ਨਹੀਂ ਹੈ ਕਿ ਕੈਨੇਡਾ ਬੰਦ ਹੋ ਗਿਆ ਹੈ ਜਾਂ ਕੈਨੇਡਾ ਹੁਣ ਵੀਜ਼ੇ ਨਹੀਂ ਦੇ ਰਿਹਾ। ਹਾਂ, ਇਹ ਸੱਚ ਹੈ ਕਿ ਕੈਨੇਡਾ ਨੇ ਵੀਜ਼ੇ ਘਟਾ ਜ਼ਰੂਰ ਦਿੱਤੇ ਹਨ। ਉਹ ਵੀਜ਼ੇ ਘਟਣ ਕਰਕੇ ਕੰਸਲਟੈਂਟਸ ਨੂੰ, ਏਜੰਟਸ ਨੂੰ ਅਜਿਹਾ ਲੱਗਦਾ ਹੈ ਕਿ ਕੈਨੇਡਾ ਬੰਦ ਹੋ ਗਿਆ, ਹੁਣ ਉਹ ਵੀਜ਼ੇ ਨਹੀਂ ਦੇ ਰਿਹਾ। ਸੋ ਇਸ ਵੀਡੀਓ ਦੇ ਵਿੱਚ ਇੱਕ ਦੋ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਚੀਜ਼ ਇਹ ਸਮਝਾਂਗੇ ਕਿ ਵਾਕਈ ਕੈਨੇਡਾ ਬੰਦ ਹੋ ਗਿਆ ਹੈ ਜਾਂ ਉਸਨੇ ਵੀਜ਼ੇ ਘਟਾ ਦਿੱਤੇ ਹਨ ਜਿਹੜੇ, ਅਤੇ ਜੇ ਹਾਂ ਘਟਾ ਦਿੱਤੇ ਹਨ ਤਾਂ ਉਹਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ। ਦੂਜੀ ਚੀਜ਼ ਇਹ ਡਿਸਕਸ ਕਰਾਂਗੇ ਕਿ ਜਿਸ ਵੇਲੇ ਵੀ ਹੁਣ ਅਸੀਂ ਐਪਲੀਕੇਸ਼ਨ ਲਗਾਈਏ ਕੈਨੇਡਾ ਦੇ ਹਾਇਰ ਸਟੱਡੀਜ਼ ਵਾਸਤੇ, ਚਾਹੇ ਉਹ +2 ਪਾਸ ਐਪਲੀਕੈਂਟ ਹੈ, ਚਾਹੇ ਉਹ ਬੈਚਲਰ ਡਿਗਰੀ ਕਰਨ ਤੋਂ ਬਾਅਦ ਕਿਸੇ ਐਪਲੀਕੇਸ਼ਨ ਲਗਾ ਰਿਹਾ ਹੈ ਸਟੂਡੈਂਟ, ਅਤੇ ਕਿਹੜੀ ਗੱਲਾਂ ਦਾ ਅਸੀਂ ਧਿਆਨ ਰੱਖੀਏ ਤਾਂ ਜੋ ਕਿ ਵੀਜ਼ਾ ਦੇ ਚਾਂਸਿਸ ਜਿਹੜੇ ਹੈਗੇ ਨੇ ਉਹ ਵਧਣ, ਸਾਨੂੰ ਵੀਜ਼ਾ ਮਿਲ ਜਾਵੇ। ਸੋ ਪਹਿਲੇ ਮੁੱਦੇ 'ਤੇ ਫੋਕਸ ਕਰਦੇ ਹਾਂ, ਉਹਦੇ ਉੱਤੇ ਨਜ਼ਰ ਡਾਲਦੇ ਹਾਂ ਕਿ ਕੀ ਕਾਰਨ ਰਹੇ ਹੋਣਗੇ ਜੋ ਕਿ ਕੈਨੇਡਾ ਨੇ ਵੀਜ਼ੇ ਦੇਣੇ ਘਟਾ ਦਿੱਤੇ ਹਨ। ਸੋ ਦੇਖੋ, ਇਹ ਇਸ ਤਰ੍ਹਾਂ ਸਮਝ ਸਕਦੇ ਹਾਂ ਇਸ ਚੀਜ਼ ਨੂੰ ਕਿ ਜੋ ਵੀ ਐਮਬੈਸੀ, ਮੈਂ ਸਿਰਫ ਕੈਨੇਡਾ ਦੀ ਗੱਲ ਨਹੀਂ ਕਰਦਾ, ਕੋਈ ਵੀ ਐਮਬੈਸੀ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਉਹ ਨਿਊਜ਼ੀਲੈਂਡ ਹੈ, US ਹੈ ਜਾਂ ਯੂਨਾਈਟਿਡ ਕਿੰਗਡਮ ਹੈ, ਅਤੇ ਜਿਸ ਤਰ੍ਹਾਂ ਕੈਨੇਡਾ ਵੀ ਹੈ, ਇਹਨਾਂ ਦੀ ਜੋ ਫਾਊਂਡੇਸ਼ਨ ਹੈ ਉਹ ਇਮੀਗਰੈਂਟ ਹੈ। ਸੋ ਇਹ ਪਿਛਲੇ ਕਈ ਸਾਲਾਂ ਤੋਂ, ਕਈ 100 ਸਾਲਾਂ ਤੋਂ ਇਹ ਵੀਜ਼ੇ ਦਿੰਦੇ ਆ ਰਹੇ ਹਨ। ਇਹਨਾਂ ਦਾ ਟਾਰਗੇਟ ਰਿਹਾ ਹੈ ਕਿ ਇਮੀਗਰੈਂਟ ਇਹਨਾਂ ਦੀ ਕੰਟਰੀਜ਼ ਦੇ ਵਿੱਚ ਆਉਣ ਤਾਂ ਇਹਦੀ ਇਕੋਨਮੀ ਜਿਹੜੀ ਹੈਗੀ ਉਹ ਡਿਵੈਲਪ ਹੋਵੇ। ਸੋ ਜਿਹੜੀ ਗਵਰਨਮੈਂਟਸ ਇੱਥੇ ਰੂਲਿੰਗ ਗਵਰਨਮੈਂਟਸ ਹੁੰਦੀ ਹੈ, ਉਹਨਾਂ ਦੀ ਕੋਈ ਨਾ ਕੋਈ ਪਾਲਿਸੀ ਹੁੰਦੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ, ਜਿਹਨੂੰ ਅਸੀਂ ਮੈਮੋਰੈਂਡਮ ਦਾ ਇੱਕ ਹਿੱਸਾ ਵੀ ਕਹਿੰਦੇ ਹਾਂ। ਉਹਦੇ ਮੈਮੋਰੈਂਡਮ ਦੇ ਵਿੱਚ ਜਿਸ ਵੇਲੇ ਉਹ ਇਲੈਕਟ ਹੁੰਦੇ ਹਨ, ਉਹ ਜਿਸ ਵੇਲੇ ਵੋਟ ਮੰਗਦੇ ਹਨ, ਤਾਂ ਉੱਥੇ ਉਹਨਾਂ ਨੇ ਮੈਮੋਰੈਂਡਮ 'ਚ ਲਿਖਿਆ ਹੁੰਦਾ ਕਿ ਬਈ ਅਸੀਂ ਇਮੀਗ੍ਰੇਸ਼ਨ ਦੇ ਲਈ ਕੀ ਕਰਾਂਗੇ, ਕਿਸ ਤਰ੍ਹਾਂ ਆਪਣੀ ਕੰਟਰੀ ਨੂੰ ਅਸੀਂ ਨਾ ਹੋਰ ਇਮੀਗਰੈਂਟ ਬੁਲਾ ਕੇ ਪ੍ਰੋਸਪਰਸ ਕਰਾਂਗੇ ਜਾਂ ਹੋਰ ਲੇਬਰ ਨੂੰ ਅਸੀਂ ਇਨਕਰੇਜ ਕਰਾਂਗੇ ਕਿ ਉਹ ਇੱਥੇ ਆਉਣ ਦੀ ਜੋ ਲੇਬਰ ਰਿਕੁਆਇਰਮੈਂਟਸ ਹੈਗੀਆਂ ਨੇ ਉਹਨੂੰ ਫੁਲਫਿਲ ਕਰਨ। ਕੈਨੇਡਾ ਦਾ ਵੀ ਉਸੇ ਤਰ੍ਹਾਂ ਹੀ ਹੈ। ਕੈਨੇਡਾ ਦੀ ਜੋ ਵੀ ਐਮਬੈਸੀਜ਼ ਵੀਜ਼ਾ ਦਿੰਦੀ ਹੈ ਜਾਂ ਨਹੀਂ ਦਿੰਦੀ, ਉਹ ਕੰਪਲੀਟਲੀ ਬੇਸਡ ਹੁੰਦਾ ਹੈ ਗਵਰਨਮੈਂਟ ਦੀ ਇਨਫਲੂਐਂਸ ਉੱਤੇ। ਇਨਫਲੂਐਂਸ ਕੰਮ ਕਰਦੀ ਹੈ, ਚਾਹੇ ਉਹਦੇ ਵਿੱਚ ਵੀਜ਼ਾ ਦਿੱਤਾ ਜਾਂਦਾ ਹੈ ਜਾਂ ਉਹਦੇ ਵਿੱਚ ਵੀਜ਼ਾ ਨਹੀਂ ਦਿੱਤਾ ਜਾਂਦਾ। ਸੋ ਜਿਸ ਵੇਲੇ ਵੀਜ਼ੇ ਦਿੱਤੇ ਜਾਂਦੇ ਸਨ ਬਹੁਤ ਜ਼ਿਆਦਾ, ਜਿਸ ਵੇਲੇ ਤੁਸੀਂ 10 ਦੇ 10 ਐਪਲੀਕੇਸ਼ਨ ਲਾਉਂਦੇ ਸੀ ਜਾਂ 20 ਐਪਲੀਕੇਸ਼ਨ ਲਾਉਂਦੇ ਸੀ, ਉਹ ਅਪਰੂਵ ਹੋ ਜਾਂਦੀਆਂ ਸੀਗੀਆਂ। ਜਿੰਨੀਆਂ ਵੀ ਐਪਲੀਕੇਸ਼ਨ ਆਉਂਦੀ ਸੀ ਉਹਦੇ ਵਿੱਚ ਸਕਸੈਸ ਰੇਸ਼ੋ ਤੁਹਾਡੀ 99% ਜਾਂ 100% ਹੁੰਦੀ ਸੀ। ਉਹਦਾ ਕਾਰਨ ਸਿਰਫ ਇਹ ਸੀ ਕਿ ਗਵਰਨਮੈਂਟ ਵੀਜ਼ੇ ਦੇ ਰਹੀ ਸੀ। ਉਹਨੂੰ ਇਸ ਤਰ੍ਹਾਂ ਨਹੀਂ ਕਹਾਂਗੇ ਕਿ ਅਸੀਂ ਵੀਜ਼ੇ ਲੈ ਰਹੇ ਸਾਂ ਜਾਂ ਏਜੰਟ ਵੀਜ਼ੇ ਲੈ ਰਹੇ ਸੀਗੇ, ਗਵਰਨਮੈਂਟ ਵੀਜ਼ੇ ਦੇ ਰਹੀ ਸੀ। ਸੋ ਗਵਰਨਮੈਂਟ ਵੀਜ਼ੇ ਦੇ ਰਹੀ ਸੀਗੀ ਤਾਂ ਅਸੀਂ ਲੈ ਰਹੇ ਸੀ। ਸੋ ਹੁਣ ਕੀ ਹੋਇਆ ਕਿ ਗਵਰਨਮੈਂਟ ਨੇ ਉਸ ਚੀਜ਼ ਨੂੰ ਘਟਾ ਦਿੱਤਾ ਜਾਂ ਥੋੜ੍ਹੀ ਜਿਹੀ ਉੱਤੇ ਲਗਾਮ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਉਂ ਲਗਾਮ ਪਾਉਣ ਦੀ ਕੋਸ਼ਿਸ਼ ਕੀਤੀ? ਉਹਦਾ ਕਾਰਨ ਕੀ ਰਿਹਾ ਹੋਏਗਾ? ਕਾਰਨ ਉੱਤੇ ਚਾੜਨਾ ਪਾਉਂਦੇ ਹਾਂ। ਪਿਛਲੇ 2 ਸਾਲ ਦੇ ਦਰਮਿਆਨ, 2 ਜਾਂ 2.5 ਸਾਲ ਦੇ ਦਰਮਿਆਨ, ਜਿਸ ਵੇਲੇ 2020 ਦੇ ਵਿੱਚ ਕੋਵਿਡ ਸ਼ੁਰੂ ਹੋਇਆ, ਉਸ ਵੇਲੇ ਆਲਮੋਸਟ ਸਾਰੇ ਬਾਰਡਰ ਬੰਦ ਹੋ ਗਏ ਸਨ, ਪਰ ਕੈਨੇਡਾ ਨੇ ਕਦੇ ਵੀ ਵੀਜ਼ੇ ਆਪਣੇ ਜਿਹੜੇ ਬੰਦ ਨਹੀਂ ਕੀਤੇ।
उन्होंने इनकरेज किया सारे स्टूडेंट्स ਨੂੰ इंटरनेशनल स्टूडेंट्स ਨੂੰ ठीक है भी वीज़े अप्लाई कर दो तो अपने घर बह के ऑनलाइन स्टडीज़ करो तो उन्होंने ईवन पार्लीमेंट ਦੇ ਵਿੱਚ ਬਿੱਲ ਵੀ ਅਜਿਹੇ ਪਾਸ ਕੀਤੇ ਜਿਹਦੇ ਵਿੱਚ 50% ਤੋਂ ਐਕਸੈਸਿਵ ਸਟੱਡੀ ਜੇ ਕੋਈ ਆਨਲਾਈਨ ਕਰਦਾ ਆ ਕੈਨੇਡਾ ਤੋਂ ਬਾਹਰ ਤਾਂ ਉਹਨੂੰ ਜਿਹੜੇ ਵਰਕਿੰਗ ਰਾਈਟਸ ਹੈਗੇ ਨੇ ਉਹ ਮਿਲਣਗੇ ਜੋ ਵੀ ਰਾਈਟਸ ਹੁੰਦੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਅਜਿਹਾ ਨਹੀਂ ਸੀ ਇਸ ਤੋਂ ਪਹਿਲਾਂ 50% ਤੋਂ ਵੱਧ ਦੀ ਪੜ੍ਹਾਈ ਕੋਈ ਕੈਨੇਡਾ ਤੋਂ ਬਾਹਰ ਕਰਦਾ ਤਾਂ ਉਹ ਸਾਰੇ ਇੰਟਰਨੈਸ਼ਨਲ ਰਾਈਟਸ ਉਹਨੂੰ ਨਹੀਂ ਮਿਲਦੇ ਸਨ ਜਿਹਦੇ ਵਿੱਚ ਵਰਕਿੰਗ ਹੁੰਦੀ ਸੀਗੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆਉਂਦੇ ਸੀਗੇ ਸੋ ਇਸ ਤਰ੍ਹਾਂ ਚੱਲਦਾ ਰਿਹਾ ਤੇ ਇਹਨਾਂ ਦੀ ਜੋ ਐਕਸਪੈਕਟੇਸ਼ਨ ਸੀਗੀ ਕਿ ਬਈ ਛੇਤੀ ਇਹ ਇਸ ਪੈਂਡੈਮਿਕ ਨੂੰ ਕਵਰ ਕਰ ਲੈਣਗੇ ਪਰ ਉਸ ਤਰ੍ਹਾਂ ਨਹੀਂ ਹੋਇਆ ਤਕਰੀਬਨ 2 ਸਾਲ ਲੱਗ ਗਏ ਇਹਨਾਂ ਨੂੰ ਕਵਰ ਕਰਨ ਦੇ ਉਸ 2 ਸਾਲ ਦੇ ਦਰਮਿਆਨ ਹੋਰ ਵੀ ਕਾਫੀ ਇੰਸੀਡੈਂਟ ਹੋਏ ਵਰਲਡ ਦੇ ਵਿੱਚ ਜਿਸ ਤਰ੍ਹਾਂ ਅਫਗਾਨਿਸਤਾਨ ਦਾ ਮੁੱਦਾ ਭੜਕਿਆ ਫਿਰ ਹੁਣ ਯੂਕਰੇਨ ਦੀ ਵਾਰ ਲੱਗ ਗਈ ਹੈ ਤੇ ਈਵਨ ਇਜ਼ਰਾਈਲ ਦਾ ਮੈਟਰ ਚੱਲ ਰਿਹਾ ਆ ਉਹ ਕੈਨੇਡਾ ਕਮਿਟਡ ਆ ਕਿ ਜਿੱਥੇ ਵੀ ਕੋਈ ਪ੍ਰੋਬਲਮ ਹੋਏਗੀ ਹਿਊਮੈਨਿਟੀ ਦੇ ਉੱਤੇ ਤੇ ਇਹ ਉੱਥੇ ਉਹਨਾਂ ਦੀ ਹੈਲਪ ਕਰੇਗਾ ਉਸ ਸੰਦਰਭ ਦੇ ਵਿੱਚ ਉਸ ਕੰਟੈਕਸਟ ਦੇ ਵਿੱਚ ਕੈਨੇਡਾ ਨੇ ਕਾਫੀ ਰਿਫਿਊਜੀਜ਼ ਸੱਦੇ ਅਸਾਈਲਮਸ ਸੱਦੇ ਇੱਥੇ ਕੈਨੇਡਾ ਦੇ ਵਿੱਚ ਤੇ ਉਹਨਾਂ ਦੀ ਐਪਲੀਕੇਸ਼ਨ ਦਾ ਭਾਰ ਜੋ ਹੈ ਉਹ IRCC ਦੇ ਉੱਤੇ ਆ ਗਿਆ ਐਡੀਸ਼ਨਲੀ ਜਿਸ ਵੇਲੇ 2020 ਦੇ ਵਿੱਚ ਕ੍ਰਾਈਸਿਸ ਸੀਗੀ ਇਕਨੋਮਿਕ ਕ੍ਰਾਈਸਿਸ ਸੀਗੀ ਤਾਂ ਕੈਨੇਡਾ ਨੇ ਇੱਕ ਹੋਰ ਕਦਮ ਚੱਕਿਆ ਜਿਹਦੇ ਵਿੱਚ ਉਹਨਾਂ ਨੇ ਇੱਕ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ ਅੰਦਰ Tier 2 PR ਦੀ ਐਪਲੀਕੇਸ਼ਨ ਸਟਾਰਟ ਕੀਤੀ ਜਿਹਦੇ ਵਿੱਚ ਤਕਰੀਬਨ 27,000 ਐਪਲੀਕੇਸ਼ਨਸ ਨਵੀਆਂ ਇਨਵੀਟੇਸ਼ਨਾਂ ਦਿੱਤੀਆਂ ਇਹਨਾਂ ਨੇ ਸਟੂਡੈਂਟਸ ਨੂੰ ਤੇ ਉਹ ਸਾਰੇ ਪੱਕੇ ਹੋ ਗਏ ਜਾਂ ਕਹਿ ਲਓ ਕਿ ਉਹਨਾਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਹਜੇ ਵੀ ਇਸ ਤੋਂ ਇਲਾਵਾ ਹੋਰ ਇੱਕ ਇਹਨਾਂ ਨੇ ਪ੍ਰੋਗਰਾਮ ਜਿਹੜਾ ਇਹਦਾ ਚੱਲਦਾ ਸੀਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਤੇ ਇਹਨਾਂ ਨੇ ਕੀ ਕੀਤਾ ਉਹਦੀ ਜਿਹੜੇ ਪੁਆਇੰਟਸ ਸੀਗੇ ਉਹ ਐਕਸਪ੍ਰੈਸ ਐਂਟਰੀ ਦੇ ਅੰਦਰ ਹੁੰਦਾ ਉਹਦੇ ਪੁਆਇੰਟਸ ਤਕਰੀਬਨ 475 480 ਦੇ ਕਰੀਬ ਰਹਿੰਦੇ ਹੁੰਦੇ ਸੀ ਤੇ ਉਹ ਘਟਾ ਕੇ ਇਹਨਾਂ ਨੇ 73 74 ਕਰ ਦਿੱਤੇ ਜਿਹਦੇ ਕਰਕੇ ਜਿੰਨੇ ਵੀ ਐਪਲੀਕੈਂਟ ਵੇਟਿੰਗ ਦੇ ਵਿੱਚ ਸੀਗੇ CEC ਦੇ ਅੰਦਰ ਉਹ ਸਾਰੇ ਉਹਨਾਂ ਨੂੰ ਇਨਵੀਟੇਸ਼ਨ ਦਿੱਤੇ ਤੇ ਇਹਦਾ ਸਿੱਟਾ ਕੀ ਹੋਇਆ ਕਿ ਬਹੁਤ ਸਾਰੀ ਇਨਵੀਟੇਸ਼ਨ ਜਾਣ ਕਰਕੇ ਬਹੁਤ ਸਾਰੀ ਐਪਲੀਕੇਸ਼ਨ ਦਾ ਫਲੱਡ ਜੋ ਹੈ ਲੋਡ ਹੈ ਉਹ IRCC ਦੇ ਉੱਤੇ ਆ ਗਿਆ ਤੇ ਹੁਣ ਹੋ ਕੀ ਰਿਹਾ ਹੈ ਜਿਹੜੇ ਬੈਕਲੌਗਸ ਨੇ ਉਹ ਬਹੁਤ ਜ਼ਿਆਦਾ ਵੱਧ ਗਏ ਨੇ ਬੈਕਲੌਗਸ ਇੰਨੇ ਵੱਧ ਗਏ ਨੇ ਕਿ ਇਹਨਾਂ ਤੋਂ ਕੋਈ ਕੰਟਰੋਲ ਨਹੀਂ ਹੋ ਪਾ ਰਹੇ ਤਕਰੀਬਨ 3 ਲੱਖ ਦੇ ਕਰੀਬ ਬੈਕਲੌਗਸ ਜੋ ਹੈ ਇਸ ਵੇਲੇ ਹਨ 30 ਲੱਖ ਦੇ ਕਰੀਬ ਸੌਰੀ ਮਤਲਬ 3 ਮਿਲੀਅਨ ਦੇ ਕਰੀਬ 3 ਮਿਲੀਅਨ ਮਤਲਬ 30 ਲੱਖ ਦੇ ਕਰੀਬ ਬੈਕਲੌਗਸ ਜੋ ਹੈ ਉਸ ਵੇਲੇ ਹਨ ਸੋ ਈਵਨ ਜੇ ਤੁਸੀਂ ਮਿਨਿਸਟਰੀ ਦੀ ਵੈਬਸਾਈਟ ਨੂੰ ਵਿਜ਼ਿਟ ਕਰੋ ਤਾਂ ਈਵਨ ਉਹ ਇਹ ਵੀ ਕਹਿ ਰਹੇ ਹਨ ਕਿ ਉਹ ਤਕਰੀਬਨ 3-4 ਹਜ਼ਾਰ ਨਵੀਆਂ ਭਰਤੀਆਂ ਕਰਨਗੇ ਹੁਣ IRCC ਦੇ ਵਿੱਚ ਤਾਂ ਕਿ ਇਸ ਬੈਕਲੌਗ ਨੂੰ ਐਡਰੈਸ ਕਰ ਸਕਣ ਸੋ ਤੇ ਹੁਣ ਅਜਿਹਾ ਕੀ ਹੋ ਗਿਆ ਕਿ ਬੈਕਲੌਗਸ ਇੰਨੇ ਜ਼ਿਆਦਾ ਵੱਧ ਗਏ ਤੇ ਇਹਨਾਂ ਨੇ ਹੁਣ ਵੀਜ਼ੇ ਜਿਹੜੇ ਹੈਗੇ ਸਟੂਡੈਂਟ ਵੀਜ਼ਾ ਉਹ ਘਟਵਾ ਦਿੱਤੇ ਨੇ ਉਹ ਘੱਟ ਵੀਜ਼ੇ ਦੇ ਰਹੇ ਹਨ ਤੇ ਕੀ ਹੋ ਗਿਆ ਮੈਨੂੰ ਲੱਗਦਾ ਹੈ ਕਿ ਦੇਖੋ ਕੋਈ ਵੀ ਜਿਹੜੀ ਗਵਰਨਮੈਂਟ ਹੈ ਉਹਦੀ ਜਿਹੜੀ ਓਪੋਨੈਂਟ ਪਾਰਟੀ ਹੈ ਉਹ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਜੋ ਰੂਲਿੰਗ ਪਾਰਟੀ ਹੈ ਉਹਦੇ ਜੋ ਵੀ ਕਦਮ ਚੱਕੇ ਗਏ ਹਨ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਜਾਵੇ ਤੇ ਸਾਨੂੰ ਸੁਣਨ 'ਚ ਆ ਰਿਹਾ ਹੈ ਰੋਜ਼ ਨਿਊਜ਼ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਕਿ ਜੋ ਓਪੋਨੈਂਟ ਪਾਰਟੀ ਹੈ ਉਹ ਪਾਰਲੀਮੈਂਟ ਦੇ ਵਿੱਚ ਚੜ੍ਹਦੇ ਕਦਮਾਂ ਨੂੰ ਕ੍ਰਿਟਿਸਾਈਜ਼ ਕਰਦੀ ਹੈ ਹੁਣ ਮੈਨੂੰ ਨਹੀਂ ਪਤਾ ਕਿ ਉਹ ਕਦਮ ਸਹੀ ਹਨ ਜਾਂ ਗਲਤ ਹਨ ਜਾਂ ਉਸ ਕਦਮ ਦੇ ਨਾਲ ਕਿਸੇ ਨੂੰ ਫਾਇਦਾ ਹੋਇਆ ਜਾਂ ਕਿਸੇ ਦਾ ਨੁਕਸਾਨ ਹੋਇਆ ਪਰ ਹਾਂ ਉਹਨਾਂ ਦੇ ਕਦਮਾਂ ਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ ਜੋ ਵੀ ਕਦਮ ਉਹਨਾਂ ਨੇ ਚੱਕੇ ਇਸ ਦਰਮਿਆਨ ਕੋਵਿਡ ਦੇ ਦਰਮਿਆਨ ਤੇ ਜੋ ਵੀ ਇਹਨਾਂ ਨੇ ਬਿੱਲ ਪਾਸ ਕੀਤੇ ਵੀਜ਼ੇਜ਼ ਦੇਣ ਦੇ ਲਈ ਤੇ ਜਿਹਦਾ ਕਿ ਸੱਟਾ ਨਿਕਲਿਆ ਕਿ ਜਿਹੜੇ ਬੈਕਲੌਗਸ ਹੈਗੇ ਨੇ ਉਹ 30 ਲੱਖ ਦੇ ਕਰੀਬ ਹੋ ਗਏ ਆਈ ਬਿਲੀਵ ਕਰਦਾ ਹਾਂ ਕਿ ਉਹ ਕ੍ਰਿਟਿਸਿਜ਼ਮ ਨੂੰ ਓਵਰਕਮ ਕਰਨ ਦੇ ਲਈ ਉਸ ਚੀਜ਼ ਨੂੰ ਕਿਸ ਤਰ੍ਹਾਂ ਐਡਰੈਸ ਕਰਨ ਦੇ ਲਈ ਇਹਨਾਂ ਨੇ ਹੁਣ ਹਦਾਇਤਾਂ ਦਿੱਤੀਆਂ ਹਨ ਕਿ ਵੀਜ਼ੇ ਸਿਰਫ ਉਹਨਾਂ ਨੂੰ ਹੀ ਦਿੱਤੇ ਜਾਣ ਜੋ ਕਿ ਡਿਜ਼ਰਵਿੰਗ ਨੇ ਸਟੂਡੈਂਟਸ ਜੇ ਸਿਰਫ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰੀਏ ਸਿਰਫ ਇੱਕ ਸਟੂਡੈਂਟ ਪਰਮਿਟ ਜਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਅਦਰਵਾਈਜ਼ ਇਹਦੇ ਵਿੱਚ ਐਪਲੀਕੇਸ਼ਨਸ ਤਾਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਨੇ ਕੈਨੇਡਾ ਦੇ ਵਿੱਚ ਜਿਹਦੇ ਵਿੱਚ ਵੀਜ਼ੇ ਦਿੱਤੇ ਜਾਂਦੇ ਹਨ ਪਰ ਅਸੀਂ ਅੱਜ ਸਿਰਫ ਇੱਕ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰ ਰਹੇ ਹਾਂ ਸੋ ਇਹਨਾਂ ਨੇ ਮਾਈਟ ਬੀ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਹੋਣਗੀਆਂ ਕਿ ਹੁਣ ਥੋੜ੍ਹੇ ਵੀਜ਼ੇ ਉਹਨਾਂ ਨੂੰ ਦਿੱਤੇ ਜਾਣ ਜੋ ਕਿ ਡਿਜ਼ਰਵਿੰਗ ਹਨ ਡਿਜ਼ਰਵਿੰਗ ਦਾ ਮਤਲਬ ਕੀ ਹੋਇਆ ਮਤਲਬ ਉਹਦੇ ਵਿੱਚ ਬਹੁਤ ਸਾਰੇ ਅੰਦਰ ਦੇ ਕੰਟੈਂਟ ਹੁੰਦੇ ਨੇ ਅੰਦਰ ਬਹੁਤ ਸਾਰੇ ਟੈਕਨੀਕਲ ਪਾਰਟ ਹੁੰਦੇ ਨੇ ਜੋ ਕਿ ਐਮਬੈਸੀ ਅਫਸਰ ਦੇਖਦਾ ਆ ਵੀਜ਼ਾ ਦਾ ਐਂਡ ਅੱਗੇ ਉਹ ਟੈਕਨੀਕਲ ਪਾਰਟ ਮੈਚ ਕਰਦੇ ਹੋਣੇ ਚਾਹੀਦੇ ਨੇ ਜੋ ਰਿਕੁਆਇਰਮੈਂਟਸ ਹੈਗੀਆਂ ਨੇ ਆਪਣੇ ਇਹਨਾਂ ਦੀ ਕਾਨੂੰਨੀ ਕਿਤਾਬ ਦੇ ਵਿੱਚ ਜਿਹਨੂੰ ਅਸੀਂ ਰੂਲ ਬੁੱਕ ਕਹਿੰਦੇ ਆ ਜਾਂ ਫਿਰ ਜਿਹਨੂੰ ਅਸੀਂ IRPA ਕਹਿੰਦੇ ਆ ਜਾਂ IRPR ਕਹਿੰਦੇ ਆ ਇਮੀਗ੍ਰੇਸ਼ਨ ਰੈਗੂਲੇਸ਼ਨ ਐਕਟ ਕਹਿੰਦੇ ਆ ਜਾਂ ਫਿਰ ਰੈਗੂਲੇਸ਼ਨ ਕਹਿੰਦੇ ਆ
ਹੁਣ ਅਸੀਂ ਇਹ ਤਾਂ ਸਮਝ ਲਿਆ ਕਿ ਬਈ ਕੀ ਕਾਰਨ ਹੋਏ ਹੋਣਗੇ ਕਿ ਇਹਨਾਂ ਨੇ ਕਿਉਂ ਰੇਸ਼ੋ ਜਿਹੜੀ ਹੈਗੀ ਵੀਜ਼ਾ ਦੇਣ ਦੀ ਘਟਾ ਦਿੱਤੀ, ਜੋ ਕਿ ਸਮਝ ਇਹ ਆਇਆ ਕਿ ਬੈਕਲੌਗ ਬਹੁਤ ਜ਼ਿਆਦਾ ਨੇ ਅਤੇ ਬੈਕਲੌਗ ਜ਼ਿਆਦਾ ਹੋਣ ਕਰਕੇ ਉਹਨੂੰ ਇਹ ਕੰਟਰੋਲ ਕਰਨਾ ਚਾਹੁੰਦੇ ਹਨ ਅਤੇ ਇੰਟਰਨੈਸ਼ਨਲ ਸਟੂਡੈਂਟ ਸੈਕਟਰ ਇੱਕ ਅਜਿਹਾ ਹੈ ਜਿਹਦੇ ਵਿੱਚ ਮੈਕਸੀਮਮ ਟੂ ਮੈਕਸੀਮਮ ਵੀਜ਼ੇ ਦਿੱਤੇ ਜਾਂਦੇ ਹਨ। ਇਸ ਕਰਕੇ ਮਾਈਟ ਬੀ ਉਹ ਇਸ ਸਪੈਸੀਫਿਕ ਸੈਕਟਰ ਨੂੰ ਟਾਰਗੇਟ ਕਰ ਰਹੇ ਹਨ ਕਿ ਹਜੇ ਫਿਲਹਾਲ ਸਿਰਫ ਉਹਨਾਂ ਨੂੰ ਹੀ ਵੀਜ਼ੇ ਦਿੱਤੇ ਜਾਣ ਜੋ ਕਿ ਡਿਜ਼ਰਵਿੰਗ ਹਨ। ਹੁਣ ਦੂਜਾ ਮੁੱਦਾ ਡਿਸਕਸ ਕਰਾਂਗੇ ਕਿ ਕੀ ਕੀਤਾ ਜਾਵੇ, ਕਿਹੜੀ ਗੱਲਾਂ ਦਾ ਧਿਆਨ ਰੱਖਿਆ ਜਾਵੇ ਜਿਸ ਵੇਲੇ ਅਸੀਂ ਵੀਜ਼ੇ ਅਪਲਾਈ ਕਰਾਂ ਜਾਂ ਫਿਰ ਤੁਹਾਡੇ ਕੰਸਲਟੈਂਟ ਵੀਜ਼ੇ ਅਪਲਾਈ ਕਰਨ, ਕਿਉਂਕਿ ਬਹੁਤ ਹੀ ਜ਼ਿਆਦਾ ਟੈਕਨੀਕਲ ਚੀਜ਼ਾਂ ਨੇ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਦੇਖੋ ਸਮਝੋ ਤਾਂ ਤੁਸੀਂ ਸਮਝ ਪਾਓਗੇ ਕਿ ਕਿਹੜੇ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਜਾਂ ਫਿਰ ਐਮਬੈਸੀ ਆਫਿਸਰ ਕਿਹੜੀ ਚੀਜ਼ਾਂ ਦੇਖਦਾ ਹੈ, ਟੈਕਨੀਕਲ ਚੀਜ਼ਾਂ ਜਿਹਦੇ ਕਾਰਨਾਂ ਕਰਕੇ ਉਹ ਵੀਜ਼ਾ ਰਿਜੈਕਟ ਕਰ ਸਕਦਾ ਹੈ ਜੇ ਉਹ ਫੁੱਲਫਿਲ ਨਾ ਹੋਣ ਤਾਂ। ਸੋ ਪਹਿਲਾ ਕਾਰਨ ਦੇਖਦੇ ਹਾਂ, ਪਹਿਲਾ ਕਾਰਨ ਕੀ ਹੋ ਸਕਦਾ ਹੈ। ਅੱਛਾ, ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਸ ਵੇਲੇ ਇਹ ਵੀਜ਼ੇ ਦੇ ਰਹੇ ਸੀਗੇ ਤਾਂ ਹੋ ਸਕਦਾ ਹੈ ਕਿ ਇਹ ਛੋਟੇ ਕਾਰਨਾਂ ਉੱਤੇ ਧਿਆਨ ਨਾ ਦਿੰਦੇ ਹੋ ਉਸ ਵੇਲੇ, ਕਿਉਂਕਿ ਗਵਰਨਮੈਂਟ ਇਨਫਲੂਐਂਸ ਹੈ, ਗਵਰਨਮੈਂਟ ਕਹਿ ਰਹੀ ਹੈ ਕਿ ਠੀਕ ਆ ਵੀ ਵੀਜ਼ੇ ਦਿਓ, ਤਾਂ ਉਹ ਹੋ ਸਕਦਾ ਹੈ ਕਿ ਇਹ ਉਹਨਾਂ ਕਾਰਨਾਂ ਉਹਨਾਂ ਸਪੈਸੀਫਿਕ ਜਿਹੜੇ ਛੋਟੀ ਚੀਜ਼ਾਂ ਹੈਗੀ ਉਹਨੂੰ ਇਗਨੋਰ ਕਰ ਦਿੰਦੇ ਹੋਣ ਕਿ ਚਲੋ ਠੀਕ ਆ ਵੀ ਅਸੀਂ ਟਾਰਗੇਟ ਪੂਰੇ ਕਰਨੇ ਆ ਵੀਜ਼ੇ ਦੇਈਏ। ਪਰ ਕਿਉਂਕਿ ਹੁਣ ਗਵਰਨਮੈਂਟ ਨੇ ਕਹਿ ਦਿੱਤਾ ਕਿ ਵੀਜ਼ੇ ਰੋਕੋ ਜਾਂ ਵੀਜ਼ੇ ਘਟਾਓ, ਤਾਂ ਉਹਦਾ ਕਾਰਨ ਇਹੀ ਹੋ ਸਕਦਾ ਹੈ ਉਹਦਾ ਇਹ ਸਰਵਿਸ ਤਦ ਹੀ ਕਰ ਸਕਦੇ ਹਨ ਜੇ ਉਹ ਉਹਨਾਂ ਛੋਟਾ ਕਾਰਨਾਂ ਨੂੰ ਐਡਰੈਸ ਕਰਨ ਅਤੇ ਵੀਜ਼ੇ ਤਦ ਹੀ ਉਹ ਰਿਜੈਕਟ ਕਰ ਸਕਦੇ, ਕਿਉਂਕਿ ਕੋਈ ਨਾ ਕੋਈ ਗਰਾਊਂਡ ਵੀ ਸਾਨੂੰ ਚਾਹੀਦੀ ਹੈ ਵੀਜ਼ਾ ਰਿਜੈਕਟ ਕਰਨ ਲਈ। ਸੋ ਉਹ ਕਾਰਨ ਕੀ ਹੋ ਸਕਦੇ ਹਨ ਅਤੇ ਉਹ ਕਿਹੜੀ ਚੀਜ਼ ਦਾ ਧਿਆਨ ਰੱਖਿਆ ਜਾਵੇ ਜਿਸ ਵਿੱਚ ਅਸੀਂ ਐਪਲੀਕੇਸ਼ਨ ਅਪਲਾਈ ਕਰੀਏ। ਹੁਣ ਦੂਸਰਾ ਮੁੱਦਾ ਡਿਸਕਸ ਕਰਾਂਗੇ ਕਿ ਕਿਹੜਾ ਗੱਲਾਂ ਦਾ ਧਿਆਨ ਰੱਖਿਆ ਜਾਵੇ ਜਿਸ ਵੇਲੇ ਅਸੀਂ ਵੀਜ਼ਾ ਐਪਲੀਕੇਸ਼ਨ ਫਾਈਲ ਕਰੀਏ ਕੈਨੇਡਾ ਦੇ ਸਟੱਡੀ ਪਰਪਸ ਵਾਸਤੇ, ਆਊਟਸਾਈਡ ਕੈਨੇਡਾ। ਇਸ ਚੀਜ਼ ਨੂੰ ਸਮਝਣ ਦੇ ਲਈ ਅਸੀਂ ਇੱਕ ਦੋ ਸਿਨਾਰੀਓਜ਼ ਡਿਸਕਸ ਕਰਾਂਗੇ ਜਿਸ ਦੇ ਥਰੂ ਤੁਹਾਨੂੰ ਇਹ ਜਾਣਨਾ ਆਸਾਨ ਹੋਏਗਾ ਕਿ ਉਹ ਕਿਹੜੀਆਂ ਛੋਟੀਆਂ ਗੱਲਾਂ ਹਨ ਜੋ ਕਿ ਐਮਬੈਸੀ ਆਫਿਸਰਸ ਦੇਖਦੇ ਨੇ ਜਿਸ ਵੇਲੇ ਉਹ ਤੁਹਾਡੀ ਐਪਲੀਕੇਸ਼ਨ ਨੂੰ ਅਸੈਸ ਕਰਦੇ ਨੇ ਵੀਜ਼ਾ ਵਾਸਤੇ, ਅਤੇ ਉਹ ਜੇ ਗੱਲਾਂ ਫੁੱਲਫਿਲ ਹੁੰਦੀਆਂ ਹਨ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ, ਜੇਕਰ ਉਹ ਗੱਲਾਂ ਫੁੱਲਫਿਲ ਨਹੀਂ ਹੁੰਦੀਆਂ ਤਾਂ ਉਹ ਵੀਜ਼ਾ ਰਿਜੈਕਟ ਹੋ ਜਾਂਦਾ ਹੈ। ਉਹ ਕਿਹੜੀਆਂ ਗੱਲਾਂ ਹਨ? ਪਹਿਲੀ ਗੱਲ, ਕੋਰਸ ਦਾ ਰੈਲੇਵੈਂਟ ਨਾ ਹੋਣਾ। ਕੋਰਸ ਦੀ ਰੈਲੇਵੈਂਸੀ ਨੂੰ ਕਿੱਦਾਂ ਦੇਖਿਆ ਜਾਂਦਾ ਹੈ? ਸਪੋਜ਼ ਕਰੋ ਤੁਸੀਂ ਇੱਕ ਅਜਿਹਾ ਕੋਰਸ ਲੈ ਰਹੇ ਹੋ ਜਿਹਦੇ ਵਿੱਚ ਮੈਥ ਦੀ ਰਿਕੁਆਇਰਮੈਂਟ, ਮਿਨੀਮਮ ਮੈਥ ਦੀ ਰਿਕੁਆਇਰਮੈਂਟ ਹੈ ਕੈਨੇਡਾ ਦੇ ਵਿੱਚ, ਅਤੇ ਤੁਹਾਡੇ ਕੋਲ +2 ਦੇ ਵਿੱਚ ਮੈਥ ਸਬਜੈਕਟ ਨਹੀਂ ਹੈ, ਤਾਂ ਇਹਦੇ ਵਿੱਚ ਬਹੁਤ ਚਾਂਸਿਸ ਨੇ ਕਿ ਤੁਹਾਡਾ ਜਿਹੜਾ ਵੀਜ਼ਾ ਆ ਉਹ ਰਿਜੈਕਟ ਹੋ ਜਾਵੇ, ਚਾਹੇ ਤੁਸੀਂ 70-80% ਦੇ ਵਿੱਚ ਆਪਣੀ +2 ਪਾਸ ਕੀਤੀ ਹੈ ਅਤੇ ਚਾਹੇ ਤੁਹਾਡੇ 7 ਜਾਂ 8 ਬੈਂਡ ਓਵਰਆਲ ਆਏ ਹਨ, ਵੀਜ਼ਾ ਰਿਜੈਕਟ ਹੋ ਸਕਦਾ ਹੈ। ਸਿਨਾਰੀਓ ਸਮਝਾਂਗੇ ਕਿਸ ਤਰ੍ਹਾਂ। ਲੈਟ ਅਸ ਸਪੋਜ਼ ਕੋਈ ਬੰਦਾ ਮੈਡੀਕਲ ਕਰਕੇ ਐਪਲੀਕੇਸ਼ਨ ਅਪਲਾਈ ਕਰ ਰਿਹਾ ਹੈ। ਮੈਡੀਕਲ ਦੇ ਵਿੱਚ ਜਿਹੜੇ ਉਹਦੇ ਕੋਰ ਸਬਜੈਕਟ ਹਨ ਉਹ ਹਨ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓ। ਇਟ ਮੀਨਸ ਉਹਦੇ ਵਿੱਚ ਮੈਥ ਨਹੀਂ ਹੈ, ਅਤੇ ਜੇ ਉਹ ਅਜਿਹਾ ਕੋਰਸ ਲੈ ਲੈਂਦਾ ਹੈ ਜਿਹਦੇ ਵਿੱਚ ਮੈਥ ਦੀ ਮੈਂਡੇਟਰੀ ਹੈ ਤਾਂ ਉਹ ਰਿਜੈਕਸ਼ਨ ਆ ਜਾਏਗੀ। ਇਸੇ ਤਰ੍ਹਾਂ ਜੇ ਕੋਈ ਹੋਰ ਐਪਲੀਕੈਂਟ ਜੋ ਕਿ ਮੈਡੀਕਲ ਕਰਕੇ ਆਇਆ ਹੈ ਪਰ ਉਸ ਦੇ ਕੋਰ ਸਬਜੈਕਟਸ ਦੇ ਵਿੱਚ ਇੱਕ ਐਡੀਸ਼ਨਲ ਸਬਜੈਕਟ ਹੈ ਉਹ ਹੈ ਮੈਥ, ਇਸ ਮੈਡੀਕਲ ਨੂੰ ਅਸੀਂ ਸੁਪਰ ਮੈਡੀਕਲ ਕਹਿੰਦੇ ਹਾਂ, ਫਿਜ਼ਿਕਸ, ਕੈਮਿਸਟਰੀ, ਬਾਇਓ ਪਲੱਸ ਮੈਥ। ਇਸ ਐਪਲੀਕੈਂਟ ਨੂੰ ਵੀਜ਼ਾ ਮਿਲ ਜਾਏਗਾ ਜਾਂ ਫਿਰ ਮਿਲਣ ਦੇ ਚਾਂਸਿਸ ਨੇ ਕਿਉਂਕਿ ਮਿਨੀਮਮ ਰਿਕੁਆਇਰਮੈਂਟ ਫੁੱਲਫਿਲ ਕਰ ਰਿਹਾ ਹੈ ਕੋਰਸ ਦੀ, ਚਾਹੇ ਉਹਦੇ ਬੈਂਡ ਜਿਹੜੇ ਹੈ ਹਰੇਕ ਮੋਡਿਊਲ 'ਚ 6 ਹੋਣ, ਮਤਲਬ 8 ਬੈਂਡ ਤੋਂ ਕਿਤੇ ਘੱਟ। ਹਰੇਕ ਮੋਡਿਊਲ ਦੇ ਵਿੱਚ 6 ਬੇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਇੰਡੀਆ ਦੇ ਵਿੱਚ ਇੱਕ STS ਦਾ ਨਾਮ ਦਾ ਪ੍ਰੋਗਰਾਮ ਚੱਲ ਰਿਹਾ ਹੈ ਜੋ ਕਿ ਸਪੈਸੀਫਿਕਲੀ ਕੁਝ ਕੰਟਰੀਆਂ ਵਾਸਤੇ ਹੈ ਅਤੇ ਇੰਡੀਆ ਵੀ ਉਹਦੇ ਵਿੱਚੋਂ ਇੱਕ ਹੈ। ਇੱਕ ਹੋਰ ਡਿਫਰੈਂਟ ਸਿਨਾਰੀਓ ਲੈਂਦੇ ਹਾਂ ਜਿਹਦੇ ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਮਤਲਬ ਨਾਨ ਮੈਡੀਕਲ ਕਰਕੇ ਕੋਈ ਐਪਲੀਕੈਂਟ ਆਉਂਦਾ ਹੈ ਤਾਂ ਉਹਦੇ ਵਾਸਤੇ ਵੀ ਬਹੁਤ ਸਾਰੀਆਂ ਪ੍ਰੋਗਰਾਮਸ ਜਾਂ ਕੋਰਸਿਸ ਅਵੇਲੇਬਲ ਹਨ।
ਕੈਨੇਡਾ ਦੇ ਵਿੱਚ, ਕਿਉਂਕਿ ਉਹਦੇ ਕੋਲ ਆਲਰੇਡੀ ਮੈਥ ਹੈ, ਚਾਹੇ ਉਹਦੇ ਫਿਰ ਬੈਂਡ 6 ਹਾਰਮੋਨੀਅਮ ਹੋਣ ਜਾਂ ਫਿਰ 8 ਬੈਂਡ ਹੋਣ, ਉਹਨੂੰ ਵੀਜ਼ਾ ਮਿਲਣ ਦੇ ਚਾਂਸਿਸ ਜ਼ਿਆਦਾ ਹਨ ਕੋਰਸ ਦੀ ਰੈਲੇਵੈਂਸੀ ਦੇ ਬੇਸ 'ਤੇ। ਜੋ ਐਪਲੀਕੈਂਟ ਕਮਰਸ ਕਰਕੇ ਆਉਂਦਾ ਹੈ, ਜਿਹਦੇ ਵਿੱਚ ਕੋਰ ਸਬਜੈਕਟ ਹੁੰਦੇ ਨੇ ਅਕਾਊਂਟਸ, ਸਟੈਟਿਕਸ, ਇਕਨੋਮਿਕਸ, ਜਾਂ ਫਿਰ ਜੋ ਐਪਲੀਕੈਂਟ ਆਰਟਸ ਕਰਕੇ ਆਉਂਦਾ ਹੈ, ਜਿਹਦੇ ਵਿੱਚ ਕੋਰ ਸਬਜੈਕਟਸ ਪੋਲੀਟੀਕਲ ਸਾਇੰਸ, ਸੋਸ਼ੀਓਲੋਜੀ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਆਰਟਸ ਰਿਲੇਟਡ ਸਬਜੈਕਟ ਹੁੰਦੇ ਹਨ, ਉਹਦੇ ਲਈ ਜੋ ਕੋਰਸਿਸ ਦੀ ਅਵੇਲੇਬਿਲਿਟੀ ਹੈ ਕੈਨੇਡਾ ਦੇ ਵਿੱਚ ਉਹ ਬਹੁਤ ਘੱਟ ਹੈ। ਜ਼ਿਆਦਾਤਰ ਇਹ ਸਟੂਡੈਂਟ ਜੋ ਹੈ ਹੌਸਪਿਟੈਲਿਟੀ ਵਗੈਰਾ ਦੇ ਵਿੱਚ ਅਪਲਾਈ ਕਰਦੇ ਹਨ, ਹੌਸਪਿਟੈਲਿਟੀ ਮੈਨੇਜਮੈਂਟ, ਕੁਲਿਨਰੀ ਆਰਟਸ ਵਗੈਰਾ ਵਗੈਰਾ ਇੱਦਾਂ ਦੇ ਕੁਝ ਕੋਰਸਿਸ ਦੇ ਵਿੱਚ ਅਪਲਾਈ ਕਰਦੇ ਹਨ, ਜਿਹਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਨਹੀਂ ਹੈ। ਹਾਂ, ਜੇ ਤੁਸੀਂ ਅਜਿਹੇ ਕਿਸੇ ਕੋਰਸ ਦੇ ਵਿੱਚ ਅਪਲਾਈ ਕਰੋ, ਇਹ ਸਟੂਡੈਂਟਸ ਜਿਹਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਹੈ, ਤਾਂ ਉਹਦੇ ਵਿੱਚ ਬਹੁਤ ਸਾਰੇ ਚਾਂਸਿਸ ਹਨ ਕਿ ਉਹ ਵੀਜ਼ੇ ਰਿਜੈਕਟ ਹੋ ਜਾਣਗੇ। ਦੂਸਰਾ ਛੋਟਾ ਕਾਰਨ ਕੀ ਹੋ ਸਕਦਾ ਹੈ, ਇਹਦੇ ਵਿੱਚ ਪਰਸੈਂਟੇਜ ਵੀ ਦੇਖੀ ਜਾਂਦੀ ਹੈ, ਜੋ ਕਿ ਤੁਹਾਡੇ ਕੋਰ ਸਬਜੈਕਟਸ ਦੇ ਵਿੱਚ ਹੋਣੀ ਚਾਹੀਦੀ ਹੈ। ਐਮਬੈਸੀ ਆਫਿਸਰ ਦੇਖਦੇ ਹਨ ਕਿ ਮਿਨੀਮਮ 50% ਮਾਰਕਸ ਤੁਹਾਡੇ ਕੋਰ ਸਬਜੈਕਟ 'ਚ ਹੈ ਜਾਂ ਨਹੀਂ। ਇਸ ਨੂੰ ਕਿਸ ਤਰ੍ਹਾਂ ਸਮਝੀਏ? ਲੈਟ ਅਸ ਸਪੋਜ਼ ਤੁਸੀਂ ਨਾਨ ਮੈਡੀਕਲ ਕੀਤਾ ਹੈ, ਜਿਹਦੇ ਵਿੱਚ ਤੁਹਾਡੇ ਕੋਰ ਸਬਜੈਕਟ ਹਨ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ। ਫਿਜ਼ਿਕਸ ਅਤੇ ਕੈਮਿਸਟਰੀ ਦੇ ਵਿੱਚ, ਜਾਂ ਕਹਿ ਲਓ ਕਿ ਮੈਥਮੈਟਿਕਸ ਦੇ ਫਿਜ਼ਿਕਸ ਦੇ ਵਿੱਚ ਤੁਹਾਡੇ 60% ਤੋਂ ਵੱਧ ਨੇ, ਪਰ ਇੱਕ ਸਬਜੈਕਟ ਕੈਮਿਸਟਰੀ ਉਹਦੇ ਵਿੱਚ ਤੁਹਾਡੇ 49 ਨੰਬਰ ਨੇ 100 ਦੇ ਵਿੱਚੋਂ। ਇਹ 50% ਤੋਂ ਘੱਟ ਕੰਸੀਡਰ ਹੋਣਗੇ। ਇਹਦੇ ਵਿੱਚ ਚਾਂਸਿਸ ਹਨ ਕਿ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਰਿਜੈਕਟ ਹੋ ਜਾਵੇ, ਇਹਨਾਂ ਕਾਰਨ ਕਰਕੇ ਕਿ ਨੰਬਰ ਘੱਟ ਹਨ ਕਿਸੇ ਇੱਕ ਸਬਜੈਕਟ ਦੇ ਵਿੱਚ। ਇਸੇ ਤਰ੍ਹਾਂ ਮੈਡੀਕਲ, ਇਸੇ ਤਰ੍ਹਾਂ ਕਮਰਸ। ਅਤੇ ਇੱਕ ਹੋਰ ਇਹਦੇ ਵਿੱਚ ਸਿਨਾਰੀਓ ਲੈ ਕੇ ਚੱਲਾਂਗੇ, ਉਹ ਉਹਨਾਂ ਸਟੂਡੈਂਟਸ ਵਾਸਤੇ ਜੋ ਕਿ 10ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਕਰਦੇ ਨੇ ITI ਦਾ। ਉਹ 3 ਸਾਲ ਦੇ ਡਿਪਲੋਮੇ ਦੇ ਦਰਮਿਆਨ ਉਹਨਾਂ ਦੇ ਕਈ ਵਾਰ ਬੈਕਲੌਗਸ ਆਉਂਦੇ ਨੇ, ਤਾਂ ਕਿੰਨੇ ਬੈਕਲੌਗ ਐਕਸੈਪਟੇਬਲ ਨੇ? ਇਹਦੇ ਵਿੱਚ ਜੋ ਐਕਸੈਪਟੇਬਲ ਬੈਕਲੌਗ ਨੇ ਉਹ ਨੇ 8, ਵੱਧ ਤੋਂ ਵੱਧ ਜਿਹੜੇ 8 ਬੈਕਲੌਗਸ ਉਹ ਐਕਸੈਪਟੇਬਲ ਹੈ। 8 ਤੋਂ ਵੱਧ ਬੈਕਲੌਗ ਹੋਣਗੇ ਤਾਂ ਮੈਂ ਤਾਂ ਇਹੀ ਐਡਵਾਈਸ ਕਰੂੰਗਾ ਕਿ ਤੁਸੀਂ ਪਹਿਲਾਂ ਆਪਣੀ ਬੀਟੈਕ ਕਰ ਲਓ, ਬੀਟੈਕ ਕਰਨ ਤੋਂ ਬਾਅਦ ਅੱਛੇ ਨੰਬਰ ਲਓ ਅਤੇ PG ਕੋਰਸ ਵਾਸਤੇ ਤੁਸੀਂ ਕੈਨੇਡਾ ਆਓ। ਜੇ ਬੈਕਲੌਗ 8 ਤੋਂ ਵੱਧ ਨੇ, ਕਿਉਂਕਿ ਵੀਜ਼ਾ ਰਿਜੈਕਟ ਹੋਣ ਦੇ ਪੂਰੇ ਚਾਂਸਿਸ ਨੇ। ਇੱਕ ਹੋਰ ਇਹਦੇ ਵਿੱਚ ਪਰਸੈਪਸ਼ਨ ਹੈ, ਜਿਹਦੇ ਵਿੱਚ ਇੰਡੀਆ ਦੇ ਵਿੱਚ ਸਪੈਸ਼ਲੀ ਬਹੁਤ ਚੱਲਦਾ ਹੈ ਕਿ ਵੀ 2 ਸਾਲ ਦਾ ਗੈਪ ਹੋ ਗਿਆ ਅਤੇ ਤੁਹਾਨੂੰ ਗੈਪ ਭਰਨਾ ਪੈਣਾ, ਕੋਈ ਡਿਪਲੋਮਾ ਲਾ ਕੇ ਜਾਂ ਕੋਈ ਐਕਸਪੀਰੀਅੰਸ ਲਾ ਕੇ +2 ਤੋਂ ਬਾਅਦ। 2 ਸਾਲ ਦਾ ਗੈਪ ਐਕਸੈਪਟੇਬਲ ਹੈ। ਇਸ ਨੂੰ ਗਲਤ ਪੇਪਰ ਲਾ ਕੇ, 40 ਨਕਲੀ ਪੇਪਰ ਲਾ ਕੇ ਭਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਐਮਬੈਸੀ ਵਾਲੇ ਸਭ ਜਾਣਦੇ ਹਨ। ਸਪੈਸ਼ਲੀ ਜਦੋਂ ਤੁਸੀਂ +2 ਤੋਂ ਬਾਅਦ ਐਕਸਪੀਰੀਅੰਸ ਲਾ ਦਿੰਦੇ ਹੋ, ਕਈ ਵਾਰ IT ਦਾ ਐਕਸਪੀਰੀਅੰਸ ਲਾ ਦਿੰਦਾ ਹੈ ਬੰਦਾ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਅੱਗੇ IT ਦੇ ਕੋਰਸ 'ਚ ਜਾ ਰਿਹਾ, ਐਕਸਪੀਰੀਅੰਸ ਲਾ ਦਿੰਦੇ 1 ਸਾਲ ਦਾ ਜਾਂ 1.5 ਸਾਲ, ਉਹਦੇ ਵਿੱਚ ਚਾਂਸਿਸ ਹਨ ਕਿ ਵੀਜ਼ਾ ਰਿਜੈਕਟ ਹੋ ਜਾਵੇ, ਕਿਉਂਕਿ ਇਹ ਜਾਣਦੇ ਹਨ ਕਿ ਇਹ ਜ਼ਿਆਦਾਤਰ ਜਿਹੜੇ +2 ਤੋਂ ਬਾਅਦ ਹੈ, ਜੋ ਸਿਨਾਰੀਓ ਹੈ, ਜੋ ਸਰਕਮਸਟਾਂਸਿਸ ਹੈਗੇ ਨੇ ਇੰਡੀਆ ਦੇ, ਉਹਦੇ ਵਿੱਚ +2 ਤੋਂ ਬਾਅਦ ਇੰਨੀ ਆਸਾਨ ਨੌਕਰੀ ਨਹੀਂ ਮਿਲਦੀ ਅਤੇ ਵੀਜ਼ਾ ਖੁਦ ਵਿੱਚ ਰਿਜੈਕਟ ਹੋ ਸਕਦਾ ਹੈ। ਇਸ ਗੱਲ ਦਾ ਵੀ ਅਸੀਂ ਧਿਆਨ ਰੱਖਣਾ ਹੈ ਕਿ ਜੇ 2 ਸਾਲ ਦਾ ਗੈਪ ਹੈ ਤਾਂ ਤੁਸੀਂ ਉਸ ਨੂੰ ਐਜ਼ ਇਟ ਇਜ਼ ਛੱਡ ਦਿਓ ਅਤੇ ਕੋਈ ਲੋੜ ਨਹੀਂ ਹੈਗੀ ਕੋਈ ਐਡੀਸ਼ਨਲ ਫਰਜ਼ੀ ਡਾਕੂਮੈਂਟ ਲਗਾਉਣ ਦੀ। ਫਿਰ ਇਹਦੇ ਵਿੱਚ ਇੱਕ ਹੋਰ ਚੀਜ਼ ਹੈ, ਮੈਂ ਦੇਖਿਆ ਕਿ ਕੈਨੇਡਾ ਦੇ ਵਿੱਚ ਨਾ ਲੋਕ SOP ਡਾਲ ਦਿੰਦੇ ਨੇ, ਸਟੇਟਮੈਂਟ ਆਫ ਪਰਪਸ। ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਸਟੱਡੀ ਪਰਮਿਟ ਅਪਲਾਈ ਕਰਨ ਦੇ ਲਈ SOP ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। SOP ਪਾਉਣੇ ਬੰਦ ਕਰੋ, ਮਤਲਬ ਤੁਸੀਂ ਕਰ ਸਕਦੇ ਹੋ, ਕਿਉਂਕਿ ਮੈਂ ਜਾਣਦਾ ਹਾਂ, ਈਵਨ ਐਮਬੈਸੀ ਵੀ ਜਾਣਦੀ ਹੈ, ਈਵਨ ਐਮਬੈਸੀ ਆਫਿਸਰ ਸਾਰੇ ਪੱਕ ਗਏ ਹੋਣਗੇ ਇੱਕੋ ਹੀ SOP, ਇੱਕੋ ਤਰ੍ਹਾਂ ਦੀ SOP ਬਾਰ-ਬਾਰ ਦੇਖ ਕੇ। ਇਹ ਵੀ ਕਾਰਨ ਹੋ ਸਕਦਾ ਹੈ ਬਹੁਤ ਵੱਡਾ ਕਿ ਉਹ ਵੀਜ਼ਾ ਰਿਜੈਕਟ ਕਰ ਦਿੰਦੇ ਹਨ, ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ SOP ਏਜੰਟ ਦੇ ਉਹਨਾਂ ਨੇ ਕੁੜੀਆਂ ਰੱਖੀਆਂ ਹੁੰਦੀਆਂ, ਉਹ ਇੱਧਰੋਂ ਕਾਪੀ ਕਰ, ਉੱਧਰੋਂ ਪੇਸਟ ਕਰ, ਇੱਧਰੋਂ ਲਿਆ, ਉੱਧਰੋਂ ਲਿਆ, ਨਾਮ ਬਦਲਦੇ, ਇਹ ਕਰਕੇ ਉਹ SOP ਡਰਾ ਹੁੰਦੀਆਂ ਨੇ। ਇੱਕ ਦਿਨ ਦੇ ਵਿੱਚ ਬਾਰ-ਬਾਰ SOP ਆਉਂਦੀ ਹੈ, ਉਹੀ ਸੇਮ ਚੀਜ਼, ਸੇਮ ਪ੍ਰਿੰਸੀਪਲਸ, ਉਹਦੇ ਵਿੱਚ ਸੇਮ ਏਜੰਡਾ ਹੁੰਦਾ ਹੈ ਸਟੂਡੈਂਟ ਦਾ। ਉਹ ਇਹ ਵੀ ਕਾਰਨ ਹੁੰਦਾ ਹੈ ਕਿ ਉਹ ਦੇਖਦੇ ਨੇ ਕਿ ਯਾਰ ਐਪਲੀਕੈਂਟ ਨੇ ਕੋਈ ਰਿਸਰਚ ਨਹੀਂ ਕੀਤੀ ਅਤੇ ਉਹ ਇਸ ਚੀਜ਼ ਨੂੰ ਰਿਜੈਕਟ ਕਰ ਦਿੰਦੇ। ਵੈਸੇ ਵੀ SOP ਕੈਨੇਡਾ ਦੇ ਵਿੱਚ ਰਿਕੁਆਇਰਮੈਂਟ ਨਹੀਂ ਹੈ, ਇਸ ਕਰਕੇ SOP ਚਾਹੋ ਤਾਂ ਤੁਸੀਂ ਨਾ ਪਾਓ। ਕੈਨੇਡਾ ਦੇ ਵਿੱਚ ਇੱਕ ਆਪਸ਼ਨਲ ਹੁੰਦਾ ਆ ਇੱਕ ਡਾਕੂਮੈਂਟ, ਉਹਨੂੰ ਅਸੀਂ ਕਹਿੰਦੇ ਹਾਂ ਕਲਾਇੰਟ ਇਨਫੋਰਮੇਸ਼ਨ। ਕਲਾਇੰਟ ਇਨਫੋਰਮੇਸ਼ਨ SOP ਨਹੀਂ ਹੁੰਦੀ,
ਕਲਾਇੰਟ ਇਨਫੋਰਮੇਸ਼ਨ ਕੁਝ ਹੋਰ ਹੁੰਦੀ ਹੈ। ਅਤੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਲਾਇੰਟ ਇਨਫੋਰਮੇਸ਼ਨ ਕੀ ਹੁੰਦੀ ਹੈ, ਤੁਸੀਂ ਮੈਨੂੰ ਪਰਸਨਲੀ ਕੰਟੈਕਟ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਹੈ ਜਿਸ ਚੀਜ਼ ਦਾ ਅਸੀਂ ਧਿਆਨ ਰੱਖੀਏ ਉਸ ਵੇਲੇ ਜਿਸ ਵੇਲੇ ਅਸੀਂ ਵੀਜ਼ਾ ਐਪਲੀਕੇਸ਼ਨ ਅਪਲਾਈ ਕਰੀਏ। ਜਿਹਦੇ ਵਿੱਚ ਹਜੇ ਤੱਕ ਅਸੀਂ ਐਡਰੈਸ ਕਰ ਚੁੱਕੇ ਹਾਂ ਕਿ ਕੋਰਸ ਦੀ ਰੈਲੇਵੈਂਸੀ ਹੋਣੀ ਚਾਹੀਦੀ ਹੈ, ਪਲੱਸ 2 ਸਾਲ ਦਾ ਗੈਪ ਐਕਸੈਪਟੇਬਲ ਹੈ, ਪਲੱਸ 50% ਮਾਰਕਸ ਐਟਲੀਸਟ ਹੋਣੇ ਚਾਹੀਦੇ ਨੇ ਹਰ ਇੱਕ ਕੋਰ ਸਬਜੈਕਟ ਦੇ ਵਿੱਚ। ਅਤੇ ਜੇ ITI ਡਿਪਲੋਮਾ ਕੀਤਾ ਹੈ 10ਵੀਂ ਤੋਂ ਬਾਅਦ 3 ਸਾਲ ਦਾ, ਤਾਂ 8 ਤੋਂ ਜ਼ਿਆਦਾ ਬੈਕਲੌਗ ਨਹੀਂ ਹੋਣੇ ਚਾਹੀਦੇ। ਅਤੇ ਇਸ ਤੋਂ ਇਲਾਵਾ SOP ਨੂੰ ਅਵੋਇਡ ਕਰੋ, ਕਿਉਂਕਿ SOP ਕੋਈ ਵੀ ਰਿਕੁਆਇਰਮੈਂਟ ਨਹੀਂ ਹੈ ਕੈਨੇਡਾ ਦੇ ਸਟੂਡੈਂਟ ਵੀਜ਼ਾ ਅਪਲਾਈ ਕਰਨ ਦੇ ਲਈ। ਅਤੇ ਹਾਂ, ਇਸ ਤੋਂ ਇਲਾਵਾ ਉਹ ਸਟੂਡੈਂਟ, ਹੁਣ ਗੱਲ ਕਰਦੇ ਉਹਨਾਂ ਸਟੂਡੈਂਟਸ ਦੀ ਜੋ ਕਿ ਬੈਚਲਰ ਡਿਗਰੀ ਤੋਂ ਬਾਅਦ ਕੈਨੇਡਾ ਆਉਂਦੇ ਹਨ। ਮੈਂ ਤਕਰੀਬਨ 4-4.5 ਸਾਲ ਤੋਂ ਇੱਥੇ ਹਾਂ, ਅਤੇ ਮੈਨੂੰ ਕਾਫੀ ਅਜਿਹੇ ਐਪਲੀਕੇਸ਼ਨਸ ਆਈਆਂ, ਇਨਕੁਆਇਰੀਜ਼ ਆਈਆਂ ਜਿਹਦੇ ਵਿੱਚ ਵੀਜ਼ਾ ਰਿਜੈਕਟ ਹੋਏ ਗ੍ਰੈਜੂਏਟ ਤੋਂ ਬਾਅਦ ਐਪਲੀਕੈਂਟਸ ਦੇ। ਤਾਂ ਜਿਸ ਵੇਲੇ ਅਸੀਂ ਉਹਦੇ GCMS ਨੋਟ ਨਿਕਲਵਾਦੇ ਸੀਗੇ, ਜਾਂ ਅਸੀਂ ਖੁਦ ਵੀ ਆਈਡੀਆ ਉਹਦਾ ਲੈਂਦੇ ਸੀ ਕੀ ਕਾਰਨ ਹੋ ਸਕਦੇ ਆ, ਤਾਂ ਅਸੀਂ ਦੇਖਦੇ ਸੀਗੇ ਕਿ ਗ੍ਰੈਜੂਏਟ ਤੋਂ ਬਾਅਦ ਜਿਹੜਾ ਕੋਰਸ ਹੈ ਉਹ ਡਿਪਲੋਮਾ ਲਿਆ ਹੈ ਐਪਲੀਕੈਂਟ ਨੇ। ਡਿਪਲੋਮਾ ਡਾਊਨਗ੍ਰੇਡ ਹੈ ਗ੍ਰੈਜੂਏਸ਼ਨ ਤੋਂ ਬਾਅਦ। ਗ੍ਰੈਜੂਏਸ਼ਨ ਤੋਂ ਬਾਅਦ ਜੇ ਤੁਸੀਂ ਕੋਈ ਕੋਰਸ ਲੈਣਾ ਹੈ ਤਾਂ ਉਹ ਸਿਰਫ ਅਤੇ ਸਿਰਫ ਤੁਸੀਂ PG ਕੋਰਸ ਲੈਣਾ, ਪੋਸਟ ਗ੍ਰੈਜੂਏਟ ਦਾ ਕੋਰਸ ਲੈਣਾ ਹੈ। ਤੁਸੀਂ ਸਰਟੀਫਿਕੇਟ ਕੋਰਸ ਲੈ ਸਕਦੇ ਹੋ, ਤੁਸੀਂ PG ਡਿਪਲੋਮਾ ਲੈ ਸਕਦੇ ਹੋ। ਜੇ ਤੁਸੀਂ ਡਿਪਲੋਮਾ ਲਓਗੇ ਤਾਂ ਵੀਜ਼ਾ ਰਿਜੈਕਟ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਨੇ। ਸੋ ਇਹ ਕੁਛ ਚੀਜ਼ਾਂ ਹੈਗੀਆਂ ਨੇ ਜਿਹੜਾ ਦਾ ਤੁਸੀਂ ਧਿਆਨ ਰੱਖਣਾ ਹੈ ਜਿਸ ਵੇਲੇ ਤੁਸੀਂ ਵੀਜ਼ਾ ਐਪਲੀਕੇਸ਼ਨ ਅਪਲਾਈ ਕਰੋ। ਅਤੇ ਜੇ ਇਹ ਸਾਰੀਆਂ ਚੀਜ਼ਾਂ ਤੁਸੀਂ ਐਡਰੈਸ ਕਰ ਸਕਦੇ ਆ, ਜੇ ਤੁਹਾਡੀ ਐਲੀਜੀਬਿਲਿਟੀ ਬਣਦੀ ਆ, ਤਾਂ ਤੁਸੀਂ ਇੱਕ ਜੈਨੂਇਨ ਕਲਾਇੰਟ ਹੋ। ਅਤੇ ਹੋ ਸਕਦਾ ਹੈ ਕਿ ਤੁਹਾਨੂੰ ਇਹਦੇ ਵਿੱਚ ਰਿਜੈਕਸ਼ਨ ਦਾ ਮੂੰਹ ਨਾ ਦੇਖਣਾ ਪਵੇ ਅਤੇ ਤੁਹਾਡੀ ਜਿਹੜੀ ਵੀਜ਼ਾ ਅਪਰੂਵਲ ਹੈ ਉਹ ਹੋ ਜਾਏ। ਅੱਜ ਦੇ ਲਈ ਆਈ ਹੋਪ ਇੰਨਾ ਹੀ। ਜੇ ਤੁਹਾਡੇ ਕੋਈ ਵੀ ਪ੍ਰਸ਼ਨ ਹੋਣ ਇਸ ਵੀਡੀਓ ਨੂੰ ਲੈ ਕੇ, ਅਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹ ਆਪਣੇ ਪ੍ਰਸ਼ਨ ਮੇਰੇ ਤੋਂ ਪੁੱਛ ਸਕਦੇ ਹੋ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੇ ਪ੍ਰਸ਼ਨਾਂ ਦਾ ਜਵਾਬ ਦੇਵਾਂ। ਸੋ ਅੱਜ ਦੇ ਲਈ ਇੰਨਾ ਹੀ। ਧੰਨਵਾਦ। ਸਤਿ ਸ਼੍ਰੀ ਅਕਾਲ।